ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ETT ਦਾ ਜਿਹੜਾ ਪੇਪਰ 2 ਹੁੰਦਾ ਹੈ ਉਹਦੀ ਆਪਾਂ ਗੱਲ ਕਰਨ ਜਾ ਰਹੇ ਹਾਂ। ਜਿਹੜੇ ਵੀ ਸਟੂਡੈਂਟ ਜਿਨ੍ਹਾਂ ਨੇ ETT ਕੀਤੀ ਹੋਈ ਹੈ ਉਹ ਪ੍ਰਾਇਮਰੀ ਟੀਚਰ ਬਣਨਾ ਚਾਹੁੰਦੇ ਨੇ, ਉਹਨਾਂ ਨੂੰ ਇੱਕ ਪ੍ਰੀਖਿਆ ਹੁੰਦੀ ਹੈ PS ਟੈਟ ਦੀ ਪ੍ਰੀਖਿਆ ਪੇਪਰ 1। ਜਦੋਂ ਉਹ ਕਲੀਅਰ ਕਰ ਲੈਂਦੇ ਨੇ ਜੀ, ਉਸ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਪ੍ਰੀਖਿਆ ਦੇਣੀ ਪੈਂਦੀ ਹੈ, ਉਹ ਹੈ ਜੀ ETT ਦੀ ਜਿਹੜੀ ਪ੍ਰੀਖਿਆ ਹੈ, ETT ਦੀ ਪ੍ਰੀਖਿਆ 2 ਪੇਪਰ 2। ETT ਦਾ ਇੱਕ ਪੇਪਰ 2 ਵੀ ਕੰਡਕਟ ਕਰਵਾਇਆ ਜਾਂਦਾ ਹੈ ਜਿਹੜਾ ਕਿ ਲਗਭਗ 100 ਮਾਰਕਸ ਦਾ ਪੇਪਰ ਹੁੰਦਾ ਹੈ। ਜੇਕਰ ਤੁਸੀਂ ਇਹ ਪ੍ਰੀਖਿਆ ਪਾਸ ਕਰਦੇ ਹੋ ਉਸ ਤੋਂ ਬਾਅਦ ਹੀ ਤੁਹਾਨੂੰ ਐਜ਼ ਅ ਪ੍ਰਾਇਮਰੀ ਟੀਚਰ ਜੌਬ ਮਿਲਦੀ ਹੈ। ਕਾਫੀ ਸਾਰੇ ਇਹੋ ਜਿਹੇ ਵੀ ਸਟੂਡੈਂਟ ਹੈਗੇ ਨੇ ਜੀ ਜਿਨ੍ਹਾਂ ਨੇ ਤਾਂ B.Ed ਕੀਤੀ ਸੀਗੀ, ਬਟ ਉਹਨਾਂ ਦਾ ਜਿਹੜਾ ਪੇਪਰ 1 ਹੈ ਜੀ ਉਹ ਕਲੀਅਰ ਹੋ ਰਿਹਾ, ਤੇ ਕੀ ਉਹ ਇਹਨਾਂ ਵੈਕੈਂਸੀਜ਼ ਨੂੰ ਫਿਲ ਕਰ ਸਕਦੇ ਨੇ? ਮੰਨ ਲਓ ਹਜੇ ਤਾਂ ਨਹੀਂ ਵੈਕੈਂਸੀਜ਼ ਆਈਆਂ, ਬਟ ਜਦੋਂ ਵੀ ਫਿਊਚਰ ਦੇ ਵਿੱਚ ETT ਦੀਆਂ ਵੈਕੈਂਸੀਜ਼ ਆਉਣ ਤੇ ਕੀ B.Ed ਵਾਲੇ ਸਟੂਡੈਂਟ ਇਹਨਾਂ ਵੈਕੈਂਸੀਜ਼ ਨੂੰ ਫਿਲ ਕਰ ਸਕਦੇ ਨੇ? ਇਹਦੀ ਗੱਲ ਆਪਾਂ ਲਾਸਟ ਤੇ ਕਰਾਂਗੇ। ਪਹਿਲਾਂ ਆਪਾਂ ਇਹਦੀ ਸਿਲੇਬਸ ਦੀ ਗੱਲ ਕਰਦੇ ਹਾਂ। ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਹੀ ਦਿੱਤੀ ਕਿ ਇਹ ਜਿਹੜੀ ਪ੍ਰੀਖਿਆ ਹੈ ਇਹ ਲਗਭਗ 100 ਮਾਰਕਸ ਦੀ ਪ੍ਰੀਖਿਆ ਹੁੰਦੀ ਹੈ। ਪੇਪਰ 1 ਤੁਹਾਡਾ ਕਲੀਅਰ ਹੋਣਾ ਚਾਹੀਦਾ ਹੈ, ਲਗਭਗ ਉਹੀ 90 ਮਾਰਕਸ 150 ਦੇ ਵਿੱਚੋਂ ਆਉਣੇ ਚਾਹੀਦੇ ਨੇ ਜੀ। ਇਹ ਮੈਂ PS ਟੈਟ ਦੀ ਗੱਲ ਕਰ ਰਿਹਾ ਸੀਗਾ। PS ਟੈਟ ਤੋਂ ਬਾਅਦ ਇਹ ਜਿਹੜੀ ਦੂਜੀ ਪ੍ਰੀਖਿਆ ਹੁੰਦੀ ਹੈ ETT ਦੀ ਪੇਪਰ 2 ਦੀ ਪ੍ਰੀਖਿਆ, ਇਹਦੇ ਵਿੱਚ ਤੁਹਾਨੂੰ ਲਗਭਗ ਕਿੰਨੇ ਸਬਜੈਕਟ ਵੇਖਣ ਨੂੰ ਮਿਲਦੇ ਆ ਜੀ? ਸਾਰਿਆਂ ਨਾਲੋਂ ਪਹਿਲਾਂ ਤਾਂ ਹੋ ਗਿਆ ਪੰਜਾਬੀ, ਪੰਜਾਬੀ ਤੋਂ ਬਾਅਦ ਅੰਗਰੇਜ਼ੀ, ਅੰਗਰੇਜ਼ੀ ਤੋਂ ਬਾਅਦ ਹਿੰਦੀ, ਹਿੰਦੀ ਤੋਂ ਬਾਅਦ ਮੈਥਸ, ਸਾਇੰਸ ਤੇ SST। ਇਹ ਕੁਝ ਜਰਨਲ ਦੇ ਜਿਹੜੇ ਸਬਜੈਕਟ ਹੈਗੇ ਆ ਜੀ ਜਿਹੜੇ ਕਿ ਤੁਸੀਂ ਆਮ ਤੌਰ ਤੇ ਵੇਖੇ ਹੋਣਗੇ। ਜੇਕਰ ਆਪਾਂ ਇਹਨਾਂ ਦੇ ਮਾਰਕਸ ਦੀ ਵੇਟੇਜ ਦੀ ਗੱਲ ਕਰੀਏ, ਪੰਜਾਬੀ ਹੈ ਉਹ 15 ਨੰਬਰ ਦੀ ਆਉਂਦੀ ਹੈ, ਅੰਗਰੇਜ਼ੀ ਇੱਥੇ 15 ਨੰਬਰ ਦੀ ਆਉਂਦੀ ਹੈ ਤੇ ਹਿੰਦੀ ਵੀ 15 ਨੰਬਰ ਦੀ ਆਉਂਦੀ ਹੈ। ਭਾਵ ਇਹ ਕਿ ਜਿਹੜੀਆਂ ਤਿੰਨੇ ਲੈਂਗੁਏਜਸ ਨੇ ਇਹ 15-15 ਮਾਰਕਸ ਦੀਆਂ ਵੇਖਣ ਨੂੰ ਮਿਲਦੀਆਂ ਨੇ ਜੀ। ਕੁੱਲ ਹੋ ਗਏ 45 ਨੰਬਰ। ਹੁਣ ਜੇ ਆਪਾਂ ਗੱਲ ਕਰੀਏ ਮੈਥਸ ਦੀ, ਮੈਥ ਵੀ ਤੁਹਾਨੂੰ ਇੱਥੇ 20 ਨੰਬਰਾਂ ਦਾ, ਸਾਇੰਸ ਜਿਹੜੀ ਹੈ ਜਰਨਲ ਸਾਇੰਸ ਹੈ ਵੈਸੇ ਤਾਂ ਇਹ ਲਗਭਗ ਤੁਹਾਨੂੰ 20 ਮਾਰਕਸ ਦੀ, ਤੇ ਜਿਹੜੀ SST ਰਹਿ ਗਈ ਇਹ 15 ਮਾਰਕਸ ਦੀ ਵੇਖਣ ਨੂੰ ਮਿਲਦੀ ਹੈ। ਤੁਸੀਂ ਇਹਨਾਂ ਸਬਜੈਕਟ ਦੀ ਪ੍ਰੈਪਰੇਸ਼ਨ ਕਿਵੇਂ ਕਰ ਸਕਦੇ ਹੋ ਇਹਦੀ ਵੀ ਆਪਾਂ ਗੱਲ ਕਰ ਲੈਂਦੇ ਹਾਂ। ਜਿਵੇਂ ਕਿ ਤੁਹਾਡੇ ਸਾਹਮਣੇ ਇੱਥੇ ਪੰਜਾਬੀ ਵੇਖ ਸਕਦੇ ਹੋ। ਪੰਜਾਬੀ ਕਿੰਨੇ ਮਾਰਕਸ ਦੀ ਹੈ ਜੀ? ਇਹ ਲਗਭਗ 15 ਮਾਰਕਸ ਦੀ ਹੈਗੀ ਹੈ, ਜਿਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਜੀ ਪੰਜਾਬੀ ਭਾਸ਼ਾ ਅਤੇ ਉਪਭਾਸ਼ਾ, ਮਤਲਬ ਇਹ ਕਿ ਗ੍ਰਾਮਰ ਦੇ ਹੀ ਟੌਪਿਕਸ ਹੈਗੇ ਨੇ ਜੀ। ਵਿਆਕਰਣ ਵੇਖ ਲਓ ਜੀ, ਧੁਨੀ ਬੋਧ, ਸ਼ਬਦ ਬੋਧ, ਅਰਥ ਬੋਧ, ਵਾਕ ਬੋਧ, ਵਿਸ਼ਰਾਮ ਚਿੰਨ, ਅਣਡਿੱਠਾ ਪੈਰਾ, ਮਤਲਬ ਕਿ ਅਨਸੀਨ ਪੈਸੇਜ ਵੀ ਤੁਹਾਨੂੰ ਵੇਖਣ ਨੂੰ ਮਿਲਦਾ ਹੈ। ਮੁਹਾਵਰੇ, ਅਖਾਣਾ, ਪੰਜਾਬੀ ਸੱਭਿਆਚਾਰ, ਤੇ ਜਿਹੜਾ ਪੰਜਾਬੀ ਸਾਹਿਤ ਹੈ ਨਾ 12ਵੀਂ ਤੱਕ ਦਾ, ਇਹਦੇ ਵਿੱਚੋਂ ਹੀ ਤੁਹਾਨੂੰ ਜਿਹੜਾ ਇਹ ਅਣਡਿੱਠਾ ਪੈਰਾ ਹੈ ਇਹ ਉੱਥੋਂ ਹੀ ਆਇਆ ਹੁੰਦਾ, ਅਨਸੀਨ ਜਿਹੜਾ ਪੈਸੇਜ ਹੈ ਜੀ। ਤੇ ਇਹ ਗੱਲ ਸੀਗੀ ਪੰਜਾਬੀ ਦੀ। ਪੰਜਾਬੀ ਦੀ ਜੇ ਆਪਾਂ ਗ੍ਰਾਮਰ ਦੀ ਗੱਲ ਕਰੀਏ, ਜੇਕਰ ਤੁਸੀਂ 10ਵੀਂ ਤੱਕ ਦੀਆਂ ਜਿਹੜੀਆਂ ਗ੍ਰਾਮਰ ਦੀਆਂ ਕਿਤਾਬਾਂ ਨੇ, ਜਾਂ ਫਿਰ ਮੈਂ ਇਹ ਕਹਿ ਲਵਾਂ ਕਿ 10ਵੀਂ ਦੀ ਜਿਹੜੀ ਗ੍ਰਾਮਰ ਦੀ ਕਿਤਾਬ ਹੈ ਪੰਜਾਬੀ ਦੀ, ਜੇਕਰ ਤੁਸੀਂ ਉਹ ਚੰਗੀ ਤਰ੍ਹਾਂ ਪੜ੍ਹ ਲੈਂਦੇ ਹੋ ਤੇ ਸਾਰੀ ਗ੍ਰਾਮਰ ਹੈ ਨਾ ਜਿਹੜੀ ਇਹ ਤੁਹਾਡੀ ਕਵਰ ਹੋ ਜਾਂਦੀ ਹੈ। ਬਾਕੀ ਮੈਂ ਤੁਹਾਨੂੰ ਜਿਹੜਾ ਪੰਜਾਬੀ ਲਿਟਰੇਚਰ ਹੈ ਇਹ ਤੁਹਾਨੂੰ 12ਵੀਂ ਤੱਕ ਕਰਨਾ ਹੀ ਪੈਣਾ। ਇਹ ਆਪਾਂ 15 ਮਾਰਕਸ ਦੀ ਪੰਜਾਬੀ ਦੀ ਗੱਲ ਕੀਤੀ ਹੈ। ਹੁਣ ਜੇ ਆਪਾਂ ਗੱਲ ਕਰੀਏ ਅੰਗਰੇਜ਼ੀ ਦੀ, ਅੰਗਰੇਜ਼ੀ ਵੀ ਤੁਹਾਨੂੰ ਇੱਥੇ 15 ਮਾਰਕਸ ਦੀ ਵੇਖਣ ਨੂੰ ਮਿਲਦੀ ਹੈ ਜੀ। ਇਹਦੇ ਵਿੱਚ ਵੀ ਤੁਹਾਨੂੰ ਇੱਕ ਕੰਪਰੀਹੈਂਸ਼ਨ ਔਰ ਆਫ ਐਨ ਅਨਸੀਨ ਪੈਸੇਜ, ਇੱਥੇ ਵੀ ਤੁਹਾਨੂੰ ਇੱਕ ਅਨਸੀਨ ਪੈਸੇਜ ਵੇਖਣ ਨੂੰ ਮਿਲਦਾ ਹੈ। ਇਹ ਤਾਂ ਤੁਹਾਡੀ ਆਪ ਦੀ ਅੰਡਰਸਟੈਂਡਿੰਗ ਹੈਗੀ ਆ ਕਿ ਤੁਸੀਂ ਉਸ ਪੈਸੇਜ ਨੂੰ ਕਿਵੇਂ ਪੜ੍ਹਦੇ ਹੋ ਤੇ ਉਹਨਾਂ ਦੇ ਜਿਹੜੇ ਜਵਾਬ ਹੈ ਜੀ ਉਹ ਕਿਵੇਂ ਅਟੈਂਪਟ ਕਰਦੇ ਹੋ। ਬਾਕੀ ਆਪਾਂ ਗ੍ਰਾਮਰ ਵਾਲਾ ਪੋਰਸ਼ਨ ਵੇਖ ਸਕਦੇ ਹਾਂ ਜੀ। ਜਿਵੇਂ ਕਿ ਵੇਖੋ ਇਹਦੇ ਵਿੱਚ ਤੁਹਾਨੂੰ ਉਹੀ ਮੈਂ ਗੱਲ ਫਿਰ ਦੱਸ ਰਿਹਾ ਜੀ, 10ਵੀਂ ਤੱਕ ਦੀ ਜਿਹੜੀ ਗ੍ਰਾਮਰ ਹੈ ਜੀ, ਜੇਕਰ ਤੁਸੀਂ 10th ਦੀ ਗ੍ਰਾਮਰ ਵੀ ਇੱਥੇ ਕਰ ਲੈਂਦੇ ਹੋ ਤੇ ਸਾਰੀ ਜਿਹੜੀ ਗ੍ਰਾਮਰ ਹੈ ਇਹ ਕਵਰ ਹੋ ਜਾਂਦੀ ਹੈ ਤੁਹਾਡੀ, ਠੀਕ ਹੈ ਜੀ। ਜਿਵੇਂ ਕਿ ਯੂਜ਼ ਆਫ ਆਰਟੀਕਲਸ, ਪ੍ਰੈਪੋਜੀਸ਼ਨ, ਡਿਟਰਮਾਈਨਰਸ, ਕੰਜੰਕਸ਼ਨਸ ਐਂਡ ਮਾਡਲਸ, ਐਰਰ ਕਰੈਕਸ਼ਨ, ਵਰਡ ਐਂਡ ਸੈਂਟੈਂਸਸ, ਯੂਜ਼ ਆਫ ਟੈਂਸਸ, ਵੌਇਸ ਐਂਡ ਨਰੇਸ਼ਨ, ਟ੍ਰਾਂਸਫਾਰਮੇਸ਼ਨ ਆਫ ਸੈਂਟੈਂਸਸ ਐਂਡ ਕਲੌਜ਼ਸ। ਇਸ ਤੋਂ ਬਾਅਦ ਵੋਕੈਬਲਰੀ ਵਾਲਾ ਸੈਕਸ਼ਨ ਆ ਜਾਂਦਾ ਹੈ ਜੀ, ਜਿਹਦੇ ਵਿੱਚ ਵਨ ਵਰਡ ਸਬਸਟੀਟਿਊਸ਼ਨ, ਠੀਕ ਹੈ ਜੀ, ਐਂਟੋਨੀਅਮ, ਸਿਨੋਨੀਅਮਸ, ਈਡੀਅਮ ਐਂਡ ਫਰੇਜ਼ਸ, ਇਹ ਸਾਰਾ ਪੋਰਸ਼ਨ ਆ ਗਿਆ ਜੀ। ਇਸ ਤੋਂ ਬਾਅਦ ਆ ਗਈ ਟ੍ਰਾਂਸਲੇਸ਼ਨ। ਇਹ ਕੁਝ ਹੱਦ ਤੱਕ ਸੌਖੀ ਵੀ ਕਹਿ ਸਕਦੇ ਹਾਂ ਜੀ, ਪੰਜਾਬੀ ਟੂ ਅੰਗਰੇਜ਼ੀ, ਅੰਗਰੇਜ਼ੀ ਟੂ ਪੰਜਾਬੀ ਟ੍ਰਾਂਸਲੇਸ਼ਨ ਆਉਂਦੀ ਹੈ ਜੀ। ਇਹ ਕੁੱਲ ਕਿੰਨੇ ਮਾਰਕਸ ਹੋ ਗਏ ਜੀ? ਇਹ ਹੋ ਗਏ 15 ਮਾਰਕਸ। ਇਹ ਵੀ ਤੁਸੀਂ ਆਰਾਮ ਨਾਲ ਸਕੋਰ ਕਰ ਜਾਓਗੇ ਜੀ। ਇਸ ਤੋਂ ਬਾਅਦ ਜੇਕਰ ਆਪਾਂ ਹਿੰਦੀ ਦੀ ਗੱਲ ਕਰੀਏ, ਇਹਦੇ ਵਿੱਚ ਵੀ ਮੈਂ ਤੁਹਾਨੂੰ ਸੇਮ ਗੱਲ ਹੀ ਕਹੂੰਗਾ। 10th ਦੀ ਜਿਹੜੀ ਗ੍ਰਾਮਰ ਹੈ ਨਾ, ਜੇਕਰ ਤੁਸੀਂ ਉਹ ਫਿਲ ਕਰ ਲੈਂਦੇ ਹੋ ਕਵਰ, ਫਿਰ ਤੁਹਾਡਾ ਹਿੰਦੀ ਦਾ ਗ੍ਰਾਮਰ ਵਾਲਾ ਜਿਹੜਾ ਸੈਕਸ਼ਨ ਹੈ ਜੀ ਉਹ ਕੰਪਲੀਟ ਹੋ ਜਾਏਗਾ, ਜਿਹਦੇ ਵਿੱਚ ਤੁਸੀਂ ਭਾਸ਼ਾ ਲਿਪੀ, ਵਰਣ ਵਿਚਾਰ, ਸ਼ਬਦ ਵਿਚਾਰ, ਵਿਕਾਰੀ ਸ਼ਬਦ, ਸੰਗਿਆ, ਸਰਵਨਾਮ, ਵਿਸ਼ੇਸ਼ਣ ਅਤੇ ਕਿਰਿਆ, ਅਵਿਕਾਰੀ ਸ਼ਬਦ, ਕਿਰਿਆ ਵਿਸ਼ੇਸ਼ਣ, ਸੰਬੋਧਕ, योजक ਤੇ ਵਿਸਮਾ युद्धबोधक, पर्यायवाची, तत्सम, तद्भव, उपसर्ग, प्रत्यय, अनेक शब्दों के लिए एक शब्द, अनेकार्थक शब्द, विलोम शब्द, शुद्ध अशुद्ध, वाक्य शुद्धि, मुहावरे और लोकोक्तियां, पंजाबी से हिंदी में अनुवाद, ठीक है जी। ਇਹ ਹੋ ਜਾਣਗੇ ਜੀ ਲਗਭਗ। ਇਹ ਵੀ 15 ਮਾਰਕਸ ਦੇ ਹੀ ਨੇ ਜੀ। ਇਹ ਵੀ ਸੌਖੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਜੇਕਰ ਇਹ ਤਾਂ ਹੋ ਗਈ ਹੁਣ ਤਿੰਨੇ ਭਾਸ਼ਾਵਾਂ ਦੀ ਆਪਾਂ ਗੱਲ ਕਰ ਲਈ ਹੈ ਜੀ, ਇਹ ਲਗਭਗ ਹੋ ਗਏ ਤੁਹਾਡੇ 45 ਮਾਰਕਸ ਕਵਰ ਹੋ ਚੁੱਕੇ ਆ। ਹੁਣ ਜੇ ਆਪਾਂ ਗੱਲ ਕਰੀਏ ਕਿ ਇੱਥੇ ਤੁਹਾਡਾ ਕੀ ਰਹਿ ਗਿਆ ਜੀ, ਇੱਥੇ ਰਹਿ ਗਿਆ ਜੀ ਤੁਹਾਡਾ ਮੈਥਸ, ਠੀਕ ਹੈ ਜੀ। ਇਹ ਵੀ ਮੈਂ ਤੁਹਾਨੂੰ ਸੇਮ ਗੱਲ ਕਹੂੰਗਾ ਜੀ, ਇਹ ਤੁਹਾਨੂੰ ਪਰ 6ਵੀਂ ਤੋਂ ਲੈ ਕੇ 10ਵੀਂ ਤੱਕ ਕਰਨੀ ਪੈਣੀ ਹੈ ਜੀ। 6 ਤੋਂ ਲੈ ਕੇ 10th ਤੱਕ ਦਾ ਜਿਹੜਾ ਮੈਥ ਹੈ ਜੀ, ਜਿਵੇਂ ਕਿ ਸੰਖਿਆ ਪ੍ਰਣਾਲੀ, ਵਾਸਤਵਿਕ ਸੰਖਿਆਵਾਂ, ਬਹੁਪਦੀਆਂ, ਇਹ ਤੁਸੀਂ ਸਾਰਾ ਕੁਝ ਹੀ ਕਵਰ ਹੋ ਜਾਣਾ ਜੇਕਰ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਜਿਹੜਾ ਮੈਥ ਹੈ ਜੀ ਜੇਕਰ ਉਹ ਕਵਰ ਕਰ ਲੈਂਦੇ ਹੋ। ਪੰਜਾਬੀ 'ਚ ਸ਼ਾਇਦ ਤੁਹਾਨੂੰ ਨਾ ਮਿਲੇ, ਬਟ ਮੈਂ NCERT ਤੁਹਾਨੂੰ ਸੁਜੈਸਟ ਕਰੂੰਗਾ। ਜੇਕਰ ਤੁਸੀਂ NCERT ਦੇ ਨਿਊਮੈਰੀਕਲਸ ਵਗੈਰਾ ਸੋਲਵ ਕਰ ਲੈਂਦੇ ਹੋ 6ਵੀਂ ਤੋਂ 10ਵੀਂ ਤੱਕ, ਵੈਸੇ ਤੁਹਾਨੂੰ ਕਾਫੀ ਸਾਰੇ ਇਹੋ ਜਿਹੇ ਚੈਨਲ ਮਿਲ ਜਾਣਗੇ ਜਿਹੜੇ ਕਿ ਤੁਹਾਨੂੰ NCERT ਦਾ ਮੈਥ ਕਰਾਉਂਦੇ ਹੋਏ ਵੇਖਣਗੇ ਜੀ। ਸੋ ਮੈਥ ਦੀ ਤਾਂ ਕੋਈ ਟੈਨਸ਼ਨ ਹੈ ਨਹੀਂਗੀ, ਤੁਸੀਂ ਮੈਥ ਕਰ ਸਕਦੇ ਹੋ ਆਰਾਮ ਨਾਲ। YouTube ਤੇ ਬਹੁਤ ਸਾਰਾ ਮਟੀਰੀਅਲ ਪਿਆ ਹੋਇਆ। ਜੇਕਰ ਆਪਾਂ ਗੱਲ ਕਰੀਏ ਇੱਥੇ ਸਾਇੰਸ ਦੀ ਫਿਰ ਉਹੀ ਗੱਲ ਆ ਜਾਂਦੀ ਹੈ ਜੀ, 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਜਿਹੜਾ ਸਿਲੈਕਟਿਵ
ਇੰਟਰੈਕਟਿਵ ਮਟੀਰੀਅਲ ਹੈ ਜੀ, ਤੁਸੀਂ ਉਹ ਪੜ੍ਹ ਸਕਦੇ ਹੋ, ਜਾਂ ਫਿਰ ਜਿਵੇਂ ਕਿ ਵੇਖ ਸਕਦੇ ਹੋ ਜਿਵੇਂ ਮੋਸ਼ਨ ਹੋ ਗਿਆ, ਫੋਰਸ ਐਂਡ ਲਾਅ ਆਫ ਮੋਸ਼ਨ, ਗ੍ਰੈਵਿਟੇਸ਼ਨ, ਇਸ ਤੋਂ ਬਾਅਦ ਵਰਕ ਐਂਡ એનર્ਜੀ, ਸਾਊਂਡ, ਲਾਈਟ ਰਿਫਲੈਕਸ਼ਨ ਐਂਡ ਰਿਫਰੈਕਸ਼ਨ, ਇਲੈਕਟ੍ਰਿਸਿਟੀ, ਮੈਗਨੇਟਿਜ਼ਮ, source of energy, matter in our surrounding, atom and molecules, chemical reaction and equation, acids, bases and salts, metal and non-metals, carbon and its compounds, the fundamental unit of life, tissues, diversity of living organism, why do we fall ill, natural resources, improvement in food resources, life processes, control and coordination, reproduction in organism, heredity and evolution, ਇਸ ਤੋਂ ਬਾਅਦ ਆਗੇ ਜਿੱਦਾਂ human eye and the colorful world। ਵੈਸੇ ਦੋਸਤੋ ਇਹ ਮੈਂ ਵੀ ਕਰਵਾ ਸਕਦਾ, ਜਿੰਨੇ ਵੀ ਟੌਪਿਕ ਹੈਗੇ ਆ ਜੀ ਇਹਨਾਂ ਤੇ ਇੱਕ ਦੋ ਵੀਡੀਓ ਬਣੇਗੀ ਜੀ, ਮਤਲਬ ਇਹ ਕਿ ਸਾਰੇ ਟੌਪਿਕਸ ਜਿਹੜੇ ਹੈਗੇ ਆ ਜੀ ਇਹ ਮੈਂ ਤੁਹਾਨੂੰ ਕਰਵਾ ਸਕਦਾ ਸਾਇੰਸ ਦੀ। ਜੇਕਰ ਤੁਸੀਂ ਇੰਟਰਸਟਿਡ ਹੋਏ ਜਰੂਰ ਦੱਸ ਦਿਓ ਜੀ, ਮੈਂ ਵੀ ਤੁਹਾਡੀ ਹੈਲਪ ਕਰ ਸਕਦਾ ਥੋੜੀ ਬਹੁਤ, ਜਿਵੇਂ ਮੈਂ ਤੁਹਾਡੀ ਹੈਲਪ ਕੀਤੀ ਸੀਗੀ ਜੀ ਪੀਐਸ ਟੈਟ ਦੇ ਵਿੱਚ। YouTube ਤੇ ਹੀ ਮੈਂ ਲੈਕਚਰ ਥੋੜੇ ਬਹੁਤ ਕੋਸ਼ਿਸ਼ ਕਰੂੰਗਾ ਕਿ ਤੁਹਾਨੂੰ ਸੋਸ਼ਲ ਸਾਇੰਸ ਤੇ ਸਾਇੰਸ ਦੇ ਲੈਕਚਰ ਹੈਗੇ ਜੋ ਅਪਲੋਡ ਕਰ ਦਿਆ ਕਰਾਂ। ਸੋ ਇਹ ਤਾਂ ਗੱਲ ਸੀਗੀ ਸਾਇੰਸ ਤੱਕ ਦੀ। ਬਾਕੀ ਜੇ ਤੁਸੀਂ ਆਪ ਵੀ ਰੀਡਿੰਗ ਕਰਨਾ ਚਾਹੋ ਉਹ ਵੀ ਕਰ ਸਕਦੇ ਹੋ। ਸੋ ਇਹ ਸਾਇੰਸ ਦੇ ਵੀ ਕੁਝ ਬਹੁਤੇ ਔਖੇ ਟੌਪਿਕ ਨਹੀਂ ਹੈਗੇ, ਤੁਸੀਂ ਇਹ ਕਰ ਸਕਦੇ ਹੋ ਆਪ। ਸੋ ਇਹ ਸੀਗੀ ਗੱਲ ਸਾਇੰਸ ਦੀ, ਇਹ 20 ਮਾਰਕਸ ਦੀ ਆਉਣੀ ਆ ਜੀ। ਹੁਣ ਗੱਲ ਕਰਦੇ ਆ ਆਪਾਂ ਸੋਸ਼ਲ ਸਾਇੰਸ ਦੀ, ਇਹ ਕਿੰਨੇ ਮਾਰਕਸ ਦੀ ਆਉਣੀ ਆ ਜੀ? ਇਹ ਲਗਭਗ 15 ਮਾਰਕਸ ਦੀ ਵੇਖਣ ਨੂੰ ਮਿਲੇਗੀ। ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਭੂਗੋਲ ਦਾ ਹੋ ਗਿਆ ਜੀ, ਭਾਰਤ ਇੱਕ ਜਾਣ ਪਛਾਣ, ਧਰਾਤਲ, ਜਲਵਾਯੂ, ਕੁਦਰਤੀ ਬਨਸਪਤੀ ਜਿਹਨੂੰ ਤੁਸੀਂ ਨੈਚੁਰਲ ਵੈਜੀਟੇਸ਼ਨ ਅੰਗਰੇਜ਼ੀ ਵਿੱਚ ਕਹਿੰਦੇ ਹੋ, ਜੀਵ ਜੰਤੂ ਅਤੇ ਮਿੱਟੀ, ਭੂਮੀ ਦੀ ਵਰਤੋਂ ਤੇ ਖੇਤੀਬਾੜੀ, ਖਣਿਜ ਪਦਾਰਥ ਅਤੇ ਸ਼ਕਤੀ ਸਾਧਨ, ਜਨਸੰਖਿਆ। ਇਹ ਹੁਣ ਗੱਲ ਸੀਗੀ ਜੀ ਜਿਓਗ੍ਰਾਫੀ ਦੀ। ਹੁਣ ਆਪਾਂ ਗੱਲ ਕਰਦੇ ਹਾਂ ਜੀ ਜਿਵੇਂ ਕਿ ਅਰਥ ਸ਼ਾਸਤਰ ਦੀ, ਜਿਵੇਂ ਤੁਸੀਂ ਇਹਨੂੰ ਅੰਗਰੇਜ਼ੀ ਚ ਇਕਨੋਮਿਕਸ ਕਹਿੰਦੇ ਹੋ। ਮੁੱਢਲੀਆਂ ਜਿਹੜੀਆਂ ਧਾਰਨਾਵਾਂ ਨੇ ਜੀ ਭਾਰਤ ਅਰਥ ਵਿਵਸਥਾ ਦੇ ਆਰਥਿਕ ਆਧਾਰਕ ਸੰਰਚਨਾ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ, ਉਸ ਤੋਂ ਬਾਅਦ ਆ ਗਿਆ ਜੀ ਭਾਰਤ ਵਿੱਚ ਉਦਯੋਗਿਕ ਵਿਕਾਸ, ਉਸ ਤੋਂ ਬਾਅਦ ਆ ਗਿਆ ਜੀ ਇਤਿਹਾਸ ਦੇ ਟੌਪਿਕ ਹੈਗੇ ਆ ਜੀ ਕੁਝ, ਜਿਹਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੇ ਆ ਜੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੇ ਇਸ ਤੇ ਇਤਿਹਾਸ ਉੱਤੇ ਪ੍ਰਭਾਵ। ਸੋ ਇਹਦੇ ਬਾਅਦ ਤੋਂ ਗੁਰੂਆਂ ਦਾ ਇਤਿਹਾਸ ਆ ਜਾਂਦਾ ਹੈ ਜੀ, ਤੁਸੀਂ ਇਹ ਵੀ ਸਾਰਾ ਕੰਪਲੀਟ ਕਰਨਾ ਹੈ। ਇਹ ਸਾਰਾ ਕਰਨ ਤੋਂ ਬਾਅਦ ਜਿਹੜਾ ਨਾਗਰਿਕ ਸ਼ਾਸਤਰ ਹੈ ਜੀ, ਜਿਹਦੇ ਵਿੱਚ ਤੁਸੀਂ ਲੋਕਤੰਤਰ, ਸੰਵਿਧਾਨ ਅਧੀਨ ਨਾਗਰਿਕਾਂ ਦੇ ਮੌਲਿਕ ਅਧਿਕਾਰ ਜੀ, ਭਾਰਤੀ ਸੰਵਿਧਾਨ ਦੀਆਂ ਮੁੱਖ ਵਿਸ਼ੇਸ਼ਤਾਵਾਂ, ਕੇਂਦਰੀ ਸਰਕਾਰ, ਰਾਜ ਸਰਕਾਰ, ਭਾਰਤੀ ਲੋਕਤੰਤਰ ਦਾ ਸਰੂਪ, ਭਾਰਤ ਦੀ ਵਿਦੇਸ਼ ਨੀਤੀ ਅਤੇ ਸੰਯੁਕਤ ਰਾਸ਼ਟਰ। ਇਹ ਸਾਰਾ ਜੇਕਰ ਤੁਸੀਂ ਕਵਰ ਕਰ ਲੈਂਦੇ ਹੋ ਤੇ ਮੈਂ ਤਾਂ ਮੰਨ ਕੇ ਚੱਲਦਾ ਜੀ 80 ਤੋਂ 85 ਨੰਬਰ ਤੁਹਾਡੇ ਬਹੁਤ ਹੀ ਸੌਖੇ ਤਰੀਕੇ ਨਾਲ ਆ ਸਕਦੇ ਨੇ EGT ਦੇ ਪੇਪਰ 2 ਦੇ ਵਿੱਚ। ਤੇ ਮੈਂ ਫਿਰ ਤੁਹਾਨੂੰ ਉਹੀ ਗੱਲ ਰਿਪੀਟ ਕਰੂੰਗਾ ਜੀ, ਜਿਹੜੇ ਪ੍ਰੀਵੀਅਸ ਈਅਰ ਹੈਗੇ ਨੇ ਜੀ ਤੁਸੀਂ ਉਹ ਜ਼ਰੂਰ ਕਰਨੇ ਨੇ। ਜਦੋਂ ਤੁਸੀਂ ਉਹ ਕਰੋਗੇ ਤੇ ਇਹ ਨਾਲ ਕਿਤਾਬਾਂ ਜਦੋਂ ਪੜੋਗੇ, ਠੀਕ ਹੈ ਜੀ, ਤੁਹਾਨੂੰ ਇੱਕ ਆਈਡੀਆ ਮਿਲੇਗਾ ਕਿ ਠੀਕ ਹੈ ਜੀ ਜੋ ਕੁਝ ਆਪਾਂ ਪੜ ਰਹੇ ਹਾਂ ਪ੍ਰੀਵੀਅਸ ਈਅਰ ਦੇ ਵਿੱਚੋਂ ਵੀ ਇਹੋ ਜਿਹੇ ਹੀ ਪ੍ਰਸ਼ਨ ਬਣੇ ਹੋਏ ਆ। ਬਾਕੀ ਸਿਲੇਬਸ ਦੇ ਵਿੱਚ ਕੋਈ ਇੰਨਾ ਕੁਝ ਖਾਸ ਹੈ ਨਹੀਂਗਾ, ਤੁਸੀਂ ਆਪ ਸੈਲਫ ਸਟੱਡੀ ਨਾਲ ਵੀ ਇਹ ਜਿਹੜਾ ਪੇਪਰ ਹੈ ਜੀ ਆਰਾਮ ਨਾਲ ਕਲੀਅਰ ਕਰ ਸਕਦੇ ਹੋ। ਐਟ ਲਾਸਟ ਹੁਣ ਆਪਾਂ ਗੱਲ ਕਰਦੇ ਹਾਂ ਜੀ ਬੀਐਡ ਵਾਲਿਆਂ ਦੀ, ਕਿ ਬੀਐਡ ਵਾਲੇ ਜਦੋਂ ਵੀ ਕੋਈ ਵੈਕੈਂਸੀਜ਼ ਆਉਂਦੀਆਂ ਨੇ ਜੀ ਕਿ ਇਹਨਾਂ ਪੇਪਰਾਂ ਲਈ ਐਲੀਜੀਬਲ ਹੁੰਦੇ ਨੇ। ਸੋ ਮੈਂ ਕਹੂੰਗਾ ਨਹੀਂ। ਇਹ ਗੱਲ ਮੈਂ ਵੈਸੇ ਜਦੋਂ ਪੀਐਸ ਟੈਟ ਦੀ ਪ੍ਰੈਪਰੇਸ਼ਨ ਆਪਾਂ ਸਟਾਰਟ ਵੀ ਕਰਵਾਈ ਸੀਗੀ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ, ਬਟ ਕੀ ਇਹਦਾ ਇਹ ਮਤਲਬ ਹੈ ਕਿ ਜੇਕਰ ਤੁਸੀਂ ਇਹ ਪ੍ਰੀਖਿਆ ਪਾਸ ਕਰ ਲਈ ਤੇ ਇਹਦੇ ਬਹੁਤ ਨੁਕਸਾਨ ਹੈਗੇ ਆ? ਮੈਂ ਇਹਦਾ ਜਵਾਬ ਵੀ ਦਊਂਗਾ ਜੀ ਬਿਲਕੁਲ ਨਹੀਂ, ਕੋਈ ਨੁਕਸਾਨ ਨਹੀਂ ਹੈਗਾ। ਜੇਕਰ ਤੁਸੀਂ ਇਹ ਪੀਐਸ ਟੈਟ ਦੀ ਪ੍ਰੀਖਿਆ ਪਾਸ ਕੀਤੀ ਹੈ, ਮੈਂ ਬੀਐਡ ਵਾਲਿਆਂ ਦੀ ਗੱਲ ਕਰ ਰਿਹਾ ਜੀ, ਕਿਉਂਕਿ ਸਰਕਾਰ ਨੇ ਬੀਐਡ ਵਾਲਿਆਂ ਨੂੰ ETT ਦੀ ਜਿਹੜੀ ਵੈਕੈਂਸੀਜ਼ ਆਉਂਦੀਆਂ ਨੇ ਜੀ ਉਹਦੇ ਵਿੱਚੋਂ ਬਾਹਰ ਕੀਤਾ ਹੋਇਆ। ਰਾਜਸਥਾਨ ਨੇ ਬਾਹਰ ਕੀਤਾ ਹੋਇਆ ਜੀ, ਕਾਫੀ ਸਾਰੀਆਂ ਸਟੇਟਸ ਹੈਗੀਆਂ ਨੇ ਜੀ ਜਿਨ੍ਹਾਂ ਨੇ ਬਾਹਰ ਕੀਤਾ ਹੋਇਆ। ਤੇ ਕੀ ਬੀਐਡ ਵਾਲਿਆਂ ਨੂੰ ਦੁਖੀ ਹੋਣ ਦੀ ਲੋੜ ਹੈਗੀ ਆ? ਮੈਂ ਕਹੂੰਗਾ ਨਹੀਂ ਲੋੜ ਹੈ। ਕਿਉਂ? ਕਿਉਂਕਿ ਤੁਹਾਨੂੰ ਪੀਐਸ ਟੈਟ ਦਾ ਜਿਹੜਾ ਪੇਪਰ ਫਸਟ ਦਿੱਤਾ ਹੈ ਇਹਦੇ ਨਾਲ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੈ ਨਾ। ਜੇਕਰ ਤੁਸੀਂ ਇਹ ਪੇਪਰ ਦਿੱਤਾ ਹੈ, ਪਾਸ ਕੀਤਾ ਹੈ, ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ, ਤੁਹਾਡੀ ਜਿਹੜੀ ਅਚੀਵਮੈਂਟਸ ਹੈਗੀਆਂ ਨੇ ਜੀ ਉਹਦੇ ਵਿੱਚ ਇੱਕ ਡਿਗਰੀ ਜਿਹੜੀ ਹੈਗੀ ਇੱਕ ਸਰਟੀਫਿਕੇਟ ਹੈ ਜੀ ਉਹ ਐਡ ਹੀ ਹੋਇਆ ਨਾ। ਸੋ ਇਹਦੇ ਵਿੱਚ ਤੁਹਾਡਾ ਨੁਕਸਾਨ ਵੀ ਕੀ ਹੈ? ਨੁਕਸਾਨ ਤਾਂ ਕੋਈ ਨਹੀਂ ਹੈਗਾ। ਬੀਐਡ ਵਾਲਿਆਂ ਨੂੰ ਵੀ ਹੋਰ ਵੀ ਕਾਫੀ ਓਪਰਚੁਨਿਟੀਜ਼ ਮਿਲਦੀਆਂ ਨੇ ਜੀ, ਉਹਨਾਂ ਦੀ ਮੈਂ ਗੱਲ ਕਰੂੰਗਾ, ਉਹਦੇ ਲਈ ਇੱਕ ਸੈਪਰੇਟ ਵੀਡੀਓ ਆਏਗੀ ਜੀ। ਤੇ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ। ਜੇਕਰ ਵੀਡੀਓ ਹੈਲਪਫੁਲ ਲੱਗੀ ਹੋਵੇ ਤੇ ਮੈਨੂੰ ਕਮੈਂਟ ਕਰਕੇ ਤਾਂ ਦੱਸਣਾ ਹੀ ਹੈ, ਤੇ ਇਸ ਦੇ ਨਾਲ ਜਿਹੜੀ ਵੀਡੀਓ ਹੈ ਜੀ ਇਹਨੂੰ ਲਾਈਕ ਵੀ ਕਰ ਦੇਣਾ ਹੈ। ਕੱਲ ਨੂੰ ਕੋਈ ਹੋਰ ਵੀ ਜ਼ਰੂਰੀ ਜਿਹੜੀ ਵੀਡੀਓ ਹੁੰਦੀ ਹੈ ਜੀ ਉਹ ਮੈਂ ਅਪਲੋਡ ਕਰਦਾ ਤੇ ਤੁਹਾਨੂੰ ਜਿਹੜੀ ਨੋਟੀਫਿਕੇਸ਼ਨ ਹੈ ਜੀ ਉਹ ਨਹੀਂ ਮਿਲਦੀ। ਕਿਉਂ? ਕਿਉਂਕਿ ਤੁਸੀਂ ਜਿਹੜਾ ਚੈਨਲ ਹੈ ਜੀ ਉਹ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ। ਸੋ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ। ਤੇ ਇਹ ਜਿਹੜੀ PDF ਹੈ ਨਾ, ਇਹਦੀ ਜਿਹੜੇ ਸਿਲੇਬਸ ਦੀ ਜਿਹੜੀ PDF ਹੈ, ਇਹ ਵੀ ਮੈਂ ਤੁਹਾਨੂੰ ਟੈਲੀਗ੍ਰਾਮ ਜਿਹੜਾ ਚੈਨਲ ਹੈ ਜਿਹਦਾ ਕੀ ਨਾਮ ਹੈ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ, ਉਹਦਾ ਨਾਮ ਹੈ ਜੀ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਚੈਨਲ ਦਾ ਨਾਮ ਹੈ। ਤੁਸੀਂ ਟੈਲੀਗ੍ਰਾਮ ਤੇ ਜਾਣਾ ਹੈ, ਉਹਦੇ ਤੇ ਇਹ ਸਰਚ ਕਰੋਗੇ ਨਾ ਸਾਰਿਆਂ ਨਾਲ ਉੱਤੇ ਹੀ ਪਿਆ ਹੋਣਾ 1400 ਇਹਦੇ ਸਬਸਕ੍ਰਾਈਬਰ ਹੋਣੇ ਆ ਜੀ। ਇਹ ਤੁਸੀਂ ਜੁਆਇਨ ਕਰ ਲਿਓ ਜੀ, ਉੱਥੇ ਮੈਂ ਇਹ PDF ਕੁਝ ਟਾਈਮ ਦੇ ਵਿੱਚ ਸੈਂਡ ਕਰ ਦਊਂਗਾ। ਹੁਣ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ब्लेस यू।